ਜਉ ਤਉ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸੁਰ ਦੀਜੈ ਕਾਣ ਨਾ ਕੀਜੈ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਸ਼੍ਰੀ ਬੰਗਲਾ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਿਆਂ ਕਰਨ ਲਈ ਸ਼ਿਰਕਤ ਕਰ ਰਹੇ ਹੋ। ਦਮਦਮੀ ਟਕਸਾਲ ਦੇ ਪਹਿਲੇ ਮੁਖੀ ਕਲਗੀਧਰ ਪਾਤਸ਼ਾਹ ਦੀ ਕਦਮਬੋਸੀ ਕਰਨ ਵਾਲੇ ਮਹਾਂਪੁਰਸ਼ ਸੰਤ ਅਤੇ ਸਿਪਾਹੀ, ਬ੍ਰਹਮਵੇਤੇ, ਸ਼ਹਾਦਤ ਦੀ ਅਵਧੀ ਮੰਨਣ ਵਾਲੇ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ, ਤਿੰਨਾਂ ਦੇ ਆਗਮਨ ਦਿਵਸ ਨੂੰ ਸਮਰਪਿਤ ਅਤੇ ਦਮਦਮੀ ਟਕਸਾਲ ਦੇ ਸਥਾਪਨਾ ਦਿਵਸ ਨੂੰ ਸਮਰਪਿਤ, ਜੋ ਅਗਸਤ 1706 ਈਸਵੀ ਵਿੱਚ ਦਮਦਮੀ ਟਕਸਾਲ ਦੀ ਸਥਾਪਨਾ ਹੋਈ ਸੀ, ਉਸ ਮਹਾਨ ਦਮਦਮੀ ਟਕਸਾਲ ਦੇ ਆਗਮਨ ਨੂੰ ਸਮਰਪਿਤ ਇਹ ਵਿਸ਼ੇਸ਼ ਗੁਰਮਤਿ ਸਮਾਗਮ ਦਿੱਲੀ ਸੁਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਸਹਿਬਾਨਾਂ ਵੱਲੋਂ ਅਤੇ ਮੁੱਖ ਸੇਵਾਦਾਰ ਸਰਦਾਰ ਮਨਜੀਤ ਸਿੰਘ ਜੀ ਜੀਕੇ, ਸਰਦਾਰ ਮਨਜਿੰਦਰ ਸਿੰਘ ਸਿਰਸਾ, ਸਰਦਾਰ ਪਰਮਜੀਤ ਸਿੰਘ ਰਾਣਾ ਹੁਣਾਂ ਵੱਲੋਂ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੇਵਾ ਕਰਨ ਵਾਲੇ ਗੁਰੂ ਕੇ ਵਜ਼ੀਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੁਣਾਂ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਸਹਿਯੋਗ ਸਦਕਾ ਉਲੀਕੇ ਗਏ ਹਨ। ਦੇਖੋ, ਬਾਬਾ ਦੀਪ ਸਿੰਘ ਜੀ ਨੇ ਮਾਤਾ ਜਿਉਣੀ ਜੀ ਤੇ ਭਾਈ ਭਗਤਾ ਜੀ ਦੇ ਗ੍ਰਹਿ ਵਿਖੇ ਦੁਨੀਆ ਦੇ ਉੱਤੇ ਆਵਣਾ ਕੀਤਾ ਹੈ। ਉਸ ਮਹਾਂਪੁਰਸ਼ ਦਾ ਆਗਮਨ ਇਸ ਦੁਨੀਆ ਦੇ ਉੱਤੇ ਲਾਹੌਰ ਦੇ ਇਲਾਕੇ ਵਿੱਚ ਪਿੰਡ ਪੋਹੂਵਿੰਡ ਵਿਖੇ ਹੋਇਆ ਹੈ ਔਰ ਇਹ ਇਲਾਕਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਨਜ਼ਦੀਕ ਹੋਣ ਕਾਰਨ ਬਚਪਨ ਵਿੱਚ ਹੀ ਮਾਤਾ ਪਿਤਾ ਦੇ ਨਾਲ ਗੁਰੂ ਘਰ ਜਾਇਆ ਕਰਦੇ ਸਨ। ਇੱਕ ਦਿਨ ਸਮਾਂ ਆਇਆ, ਆਪਣੇ ਮੁਰਸ਼ਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੇ ਮਾਤਾ ਪਿਤਾ ਨਾਲ ਪਹੁੰਚੇ ਨੇ। ਗੁਰੂ ਪਾਤਸ਼ਾਹ ਦੇ ਦੀਦਾਰੇ ਕੀਤੇ ਔਰ ਦਰਸ਼ਨ ਕਰਕੇ ਸਦਾ ਹੀ ਗੁਰੂ ਕੇ ਹੋ ਗਏ। ਗੁਰੂ ਦੀ ਝਲਕ ਪਾ ਕੇ ਸਦਾ ਹੀ ਗੁਰੂ ਦੇ ਹੋ ਗਏ। ਜਿਵੇਂ ਪਤੰਗਾ ਦੀਵੇ ਨੂੰ ਛੱਡਣ ਲਈ ਤਿਆਰ ਨਹੀਂ ਹੈ, ਇਸ ਤਰ੍ਹਾਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਰਹਿਣ ਲੱਗੇ ਨੇ। 14 ਮਾਘ 1739 ਬਿਕਰਮੀ ਸੰਮਤ ਉਹ ਦਿਨ ਸੀ ਜਦੋਂ ਆਗਮਨ ਹੋਇਆ। ਬਚਪਨ ਵਿੱਚ ਹੀ ਕਲਗੀਧਰ ਪਾਤਸ਼ਾਹ ਦੇ ਕੋਲ ਚਲੇ ਗਏ ਸਨ।
खैर हुण कबीर जी का एक लफ्ज आउंदा है भी मैं बंदगी करके मुशक्कतां घाल के खुदा च अपेद होया हाँ। राम कबीरा एक भये हैं अब कोई ना सकै पछानी। मुशक्कतां घाल के नदी समुंदर ताईं पहुंचदी है, सौखा नहीं है, कई रस्ते विच सुक जांदियां ने। गुरु पातशाह दे चरनां विच रह के 1699 ਦੀ ਵਿਸਾਖੀ ਤੇ ਖੰਡੇ ਦੀ ਪੌਲ ਲੈ ਕੇ ਸ਼ਾਸਤਰ ਅਤੇ ਸ਼ਸਤਰ ਵਿਦਿਆ ਵਿੱਚ ਨਿਪੁੰਨ ਹੋਏ ਨੇ। ਕਲਗੀਧਰ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਨੇ ਇਹਨਾਂ ਦੇ ਉੱਤੇ। ਜਿੱਥੇ ਬਾਣੀ ਦੇ ਅਭਿਆਸੀ ਨੇ ਉੱਥੇ ਸ਼ਸਤਰਾਂ ਵਿੱਚ ਵੀ ਚੰਗੇ ਜ਼ੋਹਰ ਦਿਖਾਉਂਦੇ ਨੇ। ਔਰ ਵੈਸੇ ਵੀ ਕਲਗੀਧਰ ਪਾਤਸ਼ਾਹ ਦੇ ਦਿਦਾਰੇ ਹੀ ਐਸੇ ਨੇ ਵੀ ਜਿੰਨੀ ਉਹਦੀ ਚਮਕ ਹੈ ਨਾ, ਜਿਹੜਾ ਉਹਦੀ ਚਮਕ ਨੂੰ ਮਾਣ ਲਵੇ, ਜਿਵੇਂ ਇੱਕ ਜ਼ਰੇ ਤੇ ਰੇਤ ਦੇ ਕਿਣਕੇ ਤੇ ਸੂਰਜ ਦੀ ਕਿਰਨ ਪਵੇ, ਉਹ ਜ਼ਰਾ ਵੀ ਸੂਰਜ ਵਾਂਗ ਚਮਕ ਉੱਠਦਾ ਏ। ਭਾਈ ਨੰਦ ਲਾਲ ਨੇ ਇੱਕ ਬਚਨ ਲਿਖਿਆ ਹੈ, ਕਹਿੰਦੇ ਕਲਗੀਧਰ ਪਾਤਸ਼ਾਹ ਐਸਾ ਸੂਰਜ ਹੈ ਜਿਸ ਕਿਸੇ ਵੀ ਕਿਣਕੇ ਉੱਤੇ ਉਹਦੀ ਨਜ਼ਰ ਪੈ ਗਈ, ਫੈਜ਼ੇ ਸੁਬਹਾਂ ਜ਼ਾਤੇ ਗੁਰੂ ਗੋਬਿੰਦ ਸਿੰਘ। ਫੈਜ਼ੇ ਸੁਬਹਾਂ ਜ਼ਾਤੇ ਗੁਰੂ ਗੋਬਿੰਦ ਸਿੰਘ, ਨੂਰੇ ਹਕ ਲਮਆਤੇ ਗੁਰੂ ਗੋਬਿੰਦ ਸਿੰਘ। ਜਿਸ ਰੁਲਦੇ ਹੋਏ ਕਿਣਕੇ ਤੇ ਵੀ ਸਾਡੇ ਬਾਪੂ ਗੁਰੂ ਗੋਬਿੰਦ ਸਿੰਘ ਦੀ ਨਜ਼ਰ ਪੈ ਗਈ, ਉਸ ਸੂਰਜ ਦੀਆਂ ਕਿਰਨਾਂ ਪੈ ਗਈਆਂ, ਆਪਣੇ ਵਾਂਗ ਹੀ ਚਮਕਣ ਦਮਕਣ ਲਾ ਦਿੱਤਾ ਕਲਗੀਧਰ ਨੇ। ਆਪਣੇ ਵਰਗੀ ਹੀ ਚਮਕ ਬਖਸ਼ ਦਿੱਤੀ, ਇੱਕ ਕਿਣਕੇ ਨੂੰ ਸੂਰਜ ਦਾ ਵਜੂਦ ਬਖਸ਼ ਦਿੱਤਾ। ਐਸੀ ਨਜ਼ਰ ਪਈ ਭਾਈ ਦੀਪੇ ਤੇ ਬਾਬਾ ਦੀਪ ਸਿੰਘ ਬਣਾ ਦਿੱਤਾ ਗਿਆ। ਔਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤਾਂ ਹੀ ਕਹਿੰਦੇ ਨੇ ਵੀ ਰਾਮ ਤੇ ਕਬੀਰ ਇੱਕ ਨੇ, ਖੁਦਾ ਦਾ ਸੇਵਕ ਤੇ ਖੁਦਾ ਇੱਕ ਨੇ। ਗੁਰੂ ਗੋਬਿੰਦ ਸਿੰਘ ਤੇ ਉਹਨਾਂ ਦਾ ਪਿਆਰਾ ਸਿੱਖ ਬਾਬਾ ਦੀਪ ਸਿੰਘ ਇੱਕ ਨੇ। ਹੁਣ ਕੋਈ ਪਹਿਚਾਣ ਨਹੀਂ ਸਕਦਾ ਕਿਉਂਕਿ ਨਜ਼ਰ ਪੈ ਚੁੱਕੀ ਹੈ। ਚਮਕ ਐਸੀ ਹੈ ਗੁਰੂ ਦੀ, ਹੋਰਾਂ ਨੂੰ ਚਮਕਾ ਦਿੰਦਾ ਹੈ। ਸਮਾਂ ਆਇਆ, ਭਾਈ ਭਗਤਾ ਤੇ ਬੀਬੀ ਜਿਉਣੀ ਖੁਸ਼ੇ ਲੈਣ ਲੱਗੇ। ਆਨੰਦਾਂ ਦੀ ਪੁਰੀ ਤੋਂ ਬਾਬਾ ਦੀਪ ਸਿੰਘ ਨੇ ਜਿੱਦ ਫੜੀ ਸੀ ਚਰਨਾਂ 'ਚ ਹੀ ਰਹਿਣਾ ਹੈ। ਚਰਨਾਂ 'ਚ ਟਿਕ ਗਏ, ਖੰਡੇ ਦੀ ਪੌਲ ਲਈ ਸਿੰਘ ਸੱਜ ਗਏ। 1703 ਚੜਿਆ ਹੈ ਭਾਈ ਭਗਤਾ ਤੇ ਬੀਬੀ ਜਿਉਣੀ ਪਾਤਸ਼ਾਹ ਦੇ ਦਿਦਾਰੇ ਕਰਨ ਆਏ। ਔਰ ਜਦੋਂ ਆਖਿਆ ਜੀ ਸਾਨੂੰ ਸਾਡੇ ਪਿਆਰੇ ਦੀਪੇ ਨਾਲ ਮਿਲਾ ਦਿਓ, ਮਾਂ ਪ੍ਰੇਮ ਨਾਲ ਨਾਮ ਇਹ ਲੈਂਦੀ ਸੀ। ਕਲਗੀਧਰ ਪਾਤਸ਼ਾਹ ਨੇ ਆਵਾਜ਼ ਦਿੱਤੀ, ਜਦੋਂ ਸਾਹਮਣਿਓਂ ਦਸਤਾਰਾ ਬੰਨਿਆ, ਚੋਲਾ ਪਹਿਨਿਆ, ਗੁਰੂ ਕਾ ਬਾਣਾ ਪਾਇਆ, ਪੱਥਾ ਤੀਰਾਂ ਨਾਲ ਭਰਿਆ, ਮੋਢੇ ਤੇ ਤਨੁੱਖ, ਕਮਰ ਕੱਸਾ ਲੱਗਾ ਤੇ ਕਮਰ ਕੱਸੇ ਵਿੱਚ ਚੰਡੀ ਹੈ, ਤਲਵਾਰ ਹੈ। ਤੇ ਮਾਂ ਨੂੰ ਆਖਣ ਲੱਗੇ, ਮਾਂ ਵੇਖ ਹੁਣ ਇਹ ਤੇਰਾ ਦੀਪਾ ਨਹੀਂ ਰਿਹਾ, ਹੁਣ ਇਹ ਸਾਡਾ ਬਾਬਾ ਦੀਪ ਸਿੰਘ ਬਣ ਗਿਆ ਹੈ। ਐਸੀ ਬਖਸ਼ਿਸ਼ ਕਰ ਦਿੱਤੀ। ਆਗਿਆ ਮੰਗੀ, ਖੁਸ਼ੇ ਮੰਗੇ ਵੀ ਕੁਝ ਸਮੇਂ ਲਈ ਲੈ ਜਾਈਏ। ਪਹੂ ਵਿੰਡ ਆ ਗਏ ਬਾਬਾ ਦੀਪ ਸਿੰਘ ਨੂੰ ਲੈ ਕੇ। 1704 ਵਿੱਚ ਆਨੰਦਾਂ ਦੀ ਪੁਰੀ ਨੂੰ ਘੇਰਾ ਪਿਆ ਹੈ। ਆਨੰਦਾਂ ਦੀ ਪੁਰੀ ਨੂੰ ਘੇਰਾ ਪੈ ਗਿਆ ਹੈ, ਪਰਿਵਾਰ ਵਿਛੜ ਗਿਆ, ਆਨੰਦਾਂ ਦੀ ਪੁਰੀ ਛੱਡ ਦਿੱਤੀ ਹੈ। ਸਰਸਾ ਤੇ ਵਿਛੋੜੇ ਪੈ ਗਏ। 4 ਲੱਖ ਤੇ ਜ਼ਿਗਰ ਕਲਗੀਧਰ ਪਾਤਸ਼ਾਹ ਦੇ ਸ਼ਹੀਦ ਹੋ ਗਏ। ਮਾਤਾ ਗੁਜਰ ਕੌਰ ਜੀ ਸ਼ਹੀਦ ਹੋ ਗਏ। ਮਾਛੀਵਾੜੇ ਦੇ ਕੰਡਿਆਂ ਤੋਂ ਲੰਘਦਾ ਹੋਇਆ ਖਿਦਰਾਣੇ ਦੀ ਢਾਬ ਦੀ ਜੰਗ ਜਿੱਤ ਕੇ ਕਲਗੀਧਰ ਪਾਤਸ਼ਾਹ ਦਮਦਮਾ ਸਾਹਿਬ ਵਿਖੇ ਦਮ ਲੈ ਰਹੇ ਨੇ। ਭਾਈ ਮਨੀ ਸਿੰਘ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਨੂੰ ਲੈ ਕੇ ਦਿੱਲੀ ਤੋਂ ਦਮਦਮਾ ਸਾਹਿਬ ਪਹੁੰਚ ਗਏ ਨੇ। ਜੰਗਲ ਦੀ ਅੱਗ ਵਾਂਗ ਫੈਲੀ ਖਬਰ ਬਈ ਪਾਤਸ਼ਾਹ ਇਸ ਧਰਤੀ ਤੇ ਨੇ। ਪਹੂ ਵਿੰਡ ਤੋਂ ਬਾਬਾ ਦੀਪ ਸਿੰਘ ਵੀ ਪਹੁੰਚ ਗਏ। ਹੁਣ ਇੱਥੋਂ ਦਮਦਮੀ ਟਕਸਾਲ ਦਾ ਆਗਾਜ਼ ਹੋਵੇਗਾ। ਕਾਰਨ ਕੀ ਬਣਿਆ ਇਹਦੀ ਹੋਂਦ ਦਾ? ਇਸ ਮਹਾਨ ਸੰਸਥਾ ਨੂੰ ਚਲਾਉਣ ਦਾ ਮਕਸਦ ਕੀ ਹੈ ਪਾਤਸ਼ਾਹ ਦਾ? ਇਹ ਸੰਪਰਦਾਵਾਂ ਕਿਉਂ ਹੋਂਦ ਵਿੱਚ ਆਉਂਦੀਆਂ ਨੇ? ਯਾਦ ਰੱਖਿਓ,
ਭਾਈ ਮਨੀ ਸਿੰਘ ਨੇ ਬੇਨਤੀ ਕੀਤੀ, ਪਾਤਸ਼ਾਹ ਹੁਣ ਕਮਰ ਕੱਸਾ ਆਪਣੇ ਜੰਗੀ ਕਮਰ ਕੱਸਾ ਖੋਲਿਆ ਹੈ, ਕਿਰਪਾ ਕਰੋ ਜਿਹੜੀ ਤੁਹਾਡੀ ਬਾਣੀ ਹੈ ਨਾ ਸਾਡੇ ਜ਼ਿਹਨ ਵਿੱਚ ਇਸ ਕੁੱਜੇ ਅੰਦਰ ਸਮੁੰਦਰ ਨੂੰ ਕੈਦ ਕਰਨ ਦੇ ਬਰਾਬਰ ਹੈ। ਬੜੀ ਡੂੰਘਾਈ ਹੈ, ਕਿਸੇ ਹੋਰ ਦੇਸ਼ ਦੀ ਕਿਸੇ ਹੋਰ ਭੇਸ ਦੀ ਇਹ ਬਾਣੀ ਹੈ। ਔਰ ਗੁਰੂ ਨਾਨਕ ਸਾਹਿਬ ਨੇ ਵੀ ਆਖਿਆ ਇੱਥੋਂ ਦੀ ਬਾਣੀ ਨਹੀਂ ਹੈ, ਇੱਥੇ ਤੇ ਤੁਹਾਡੇ ਮੇਰੇ ਵਰਗੇ ਬੜਾ ਕੁਝ ਬੋਲਦੇ ਨੇ। ਬਾਣੀ ਕੀ ਹੈ? ਸੰਸਕ੍ਰਿਤ ਦਾ ਲਫ਼ਜ਼ ਹੈ ਜੋ ਮੁਖਾਰ ਤੋਂ ਜ਼ੁਬਾਨ ਤੋਂ ਗਲੂਏ ਮੁਬਾਰਕ ਤੋਂ ਨਿਕਲਦਾ ਹੈ, ਉਹਨਾਂ ਬੋਲਾਂ ਨੂੰ ਬਾਣੀ ਕਹਿੰਦੇ ਨੇ। ਪਰ ਇਹ ਬਾਣੀ ਨਹੀਂ ਹੈ, ਇਹ ਗੁਰਬਾਣੀ ਹੈ, ਗੁਰਾਂ ਦੀ ਬਾਣੀ ਹੈ। ਗੁਰੂ ਤੇ ਸਾਡੇ ਵਿੱਚ ਬੜਾ ਅੰਤਰ ਹੈ। ਆਪ ਨਾਰਾਇਣ ਕਲਾਧਾਰ ਹੈ ਗੁਰੂ, ਖੁਦ ਖੁਦਾ ਹੈ ਗੁਰੂ, ਅਸੀਂ ਮਾਮੂਲੀ ਲੋਕ ਹਾਂ। ਸਾਡੀ ਬਾਣੀ ਤੇ ਉਹਦੀ ਬਾਣੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਇੱਥੋਂ ਦੀ ਨਹੀਂ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ, ਇਹ ਖਸਮ ਦੀ ਬਾਣੀ ਹੈ ਤੇ ਖਸਮ ਆਪ ਸਰਗੁਣ ਸਰੂਪ ਧਾਰ ਕੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਗੁਰੂ ਨਾਨਕ ਬਣ ਕੇ ਦੁਨੀਆ ਤੇ ਆਏ, ਬਾਣੀ ਲੈ ਕੇ ਆਏ, ਤੇ ਇਸ ਬਾਣੀ ਦੇ ਅਰਥ ਫਿਰ ਖਸਮ ਹੀ ਜਾਣੇ, ਸਾਨੂੰ ਕਿੱਥੋਂ ਆਉਣ। ਇਸ ਕਰਕੇ ਕਿਰਪਾ ਕਰਕੇ ਸ਼ੁੱਧ ਬਾਣੀ ਪੜ੍ਹਨ ਦੀ ਜਾਚ ਬਖਸ਼ ਦਿਓ, ਇਹਨਾਂ ਅਰਥਾਂ ਦੀ ਸੋਝੀ ਬਖਸ਼ ਦਿਓ। ਮਹਾਰਾਜ ਨੇ ਆਖਿਆ, ਭਾਈ ਮਨੀ ਸਿੰਘ ਜੀ ਤੁਸੀਂ ਬੜੇ ਮੇਰੇ ਪਿਆਰੇ ਸਿੱਖ ਹੋ, ਕਲਮ ਫੜ ਲਵੋ, ਲਿਖਣਾ ਸ਼ੁਰੂ ਕਰ ਦਵੋ। ਧੀਰ ਮੱਲੀਆਂ ਨੇ ਸ਼੍ਰੀ ਆਦਿ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਸੀ ਦਿੱਤਾ। ਬਾਬਾ ਦੀਪ ਸਿੰਘ ਜੀ ਤੁਹਾਡੀ ਸੇਵਾ ਇਹ ਹੈ ਵੀ ਸ਼ਾਹੀ ਮੁੱਕ ਨਾ ਜਾਵੇ, ਕਲਮ ਟੁੱਟ ਨਾ ਜਾਵੇ, ਤੁਸੀਂ ਕਲਮ ਤੇ ਦਵਾਤ ਦਾ ਸ਼ਾਹੀ ਦਾ ਪ੍ਰਬੰਧ ਕਰਨਾ ਹੈ। ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਓੰਕਾਰ ਤੋਂ ਬਾਣੀ ਉਚਾਰਨੀ ਆਰੰਭ ਕੀਤੀ ਹੈ। ਵੈਸੇ ਵੀ ਥੋੜਾ ਜਿਹਾ ਧਿਆਨ ਰੱਖਿਓ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸ਼੍ਰੀ ਆਦਿ ਗ੍ਰੰਥ ਸਾਹਿਬ ਦੀ ਬੀੜ ਦੀ ਬਹੁਤੀ ਲੋੜ ਵੀ ਨਹੀਂ ਸੀ। ਕਾਰਨ ਕੀ ਹੈ? ਜੈਸੀ ਮੈਂ ਆਵੇ ਖਸਮ ਕੀ ਬਾਣੀ, ਗੁਰੂ ਨਾਨਕ ਸਾਹਿਬ ਨੂੰ ਵੀ ਖਸਮ ਤੋਂ ਹੀ ਬਾਣੀ ਆਈ ਹੈ। ਕਿਸੇ ਨੇ ਪੁੱਛਿਆ ਗੁਰੂ ਅਰਜਨ ਸਾਹਿਬ ਕਿਤੇ ਪੋਥੀ ਪੜ੍ਹ ਕੇ ਸਿੱਖੇ ਹੋ? ਕਹਿੰਦੇ ਨਹੀਂ, ਹਉ ਆਪੋ ਹਉ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀ। ਉਹ ਖਸਮ ਦੇ ਹੁਕਮ ਨੇ, ਉਹੀ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ। ਕਲਗੀਧਰ ਪਾਤਸ਼ਾਹ ਤੁਸੀਂ ਆਪ ਉਚਾਰ ਰਹੇ ਹੋ, ਤੁਹਾਨੂੰ ਕਿਸੇ ਪੋਥੀ ਦੀ ਲੋੜ ਹੋਵੇ? ਕਹਿੰਦੇ ਨਹੀਂ, ਵੱਡਿਆਂ ਦੀ ਵਸਤੂ ਸੀ, ਸਾਂਭੀ ਜਾਂਦੀ ਤੇ ਚੰਗਾ ਸੀ, ਨਹੀਂ ਦਿੱਤੀ ਤੇ ਕੋਈ ਗੱਲ ਨਹੀਂ ਹੈ। ਜੋ ਨਿਜ ਪ੍ਰਭ ਮੋਹ ਸੋ ਕਹਾ ਸੋ ਕਹੇ ਹੋ, ਜਗ ਮਾਹੇ ਸ਼ਨਾ ਸਿੰਧ ਇਲਮੇ ਆਲਮ ਖੁਦਾਏ। ਕੁੱਲ ਇਲਮਾਂ ਭਾਸ਼ਾਵਾਂ ਦਾ ਮਾਲਕ ਕਲਗੀਧਰ ਹੈ। ਬਾਣੀ ਚੱਲ ਪਈ ਇੱਕ ਓੰਕਾਰ ਤੋਂ 18 10 20 ਬਾਣੀ ਚੱਲਦੀ ਗਈ। 9ਵੇਂ ਪਾਤਸ਼ਾਹ ਦੇ ਬਾਣੀ ਸ਼ਲੋਕ ਸ਼ਾਮਲ ਕਰਕੇ ਰਾਗ ਮਾਲਾ ਤੇ ਭੋਗ ਪਾ ਕੇ ਦੀਨ ਦੁਨੀਆ ਦੇ ਮਾਲਕ ਨੇ ਤਕਰੀਬਨ 9 ਮਹੀਨਿਆਂ ਦੇ ਵਿੱਚ ਸ਼੍ਰੀ ਆਦਿ ਗ੍ਰੰਥ ਸਾਹਿਬ ਦੀ ਸੰਪੂਰਨਤਾ ਕੀਤੀ। ਇਹ ਪਵਿੱਤਰ ਹਸਤ ਕਮਲ ਭਾਈ ਮਨੀ ਸਿੰਘ ਦੇ ਸਨ ਜਿਨ੍ਹਾਂ ਨੇ ਇਹ ਬਾਣੀ ਲਿਖੀ, ਔਰ ਪਵਿੱਤਰ ਹਸਤ ਕਮਲ ਬਾਬਾ ਦੀਪ ਸਿੰਘ ਦੇ ਸਨ ਜਿਨ੍ਹਾਂ ਨੇ ਕਲਮਾਂ ਕੜ ਕੜ ਕੇ ਭਾਈ ਮਨੀ ਸਿੰਘ ਨੂੰ ਥਮਾਈਆਂ ਨੇ। ਔਰ ਇੱਥੇ ਪਾਤਸ਼ਾਹ ਹੁਣ ਨੰਦੇੜ ਨੂੰ ਚੱਲੇ ਨੇ। ਭਾਈ ਮਨੀ ਸਿੰਘ ਨੇ ਚਰਨਾਂ ਦੇ ਵਿੱਚ ਸ਼ੀਸ਼ ਰੱਖ ਕੇ ਝੋਲੀ ਅੱਡ ਦਿੱਤੀ ਹੈ। ਕੀ ਚਾਹੁੰਦੇ ਹੋ ਭਾਈ ਮਨੀ ਸਿੰਘ ਜੀ? ਝੋਲੀ ਅੱਡ ਦਿਓ? ਕਹਿੰਦੇ ਜੀ ਸਿੱਖੀ ਝੋਲੀ ਪਾ ਦਿਓ। ਦਮਦਮੀ ਟਕਸਾਲ ਦਾ ਆਗਾਜ਼ ਕਿਉਂ ਹੋਵੇਗਾ? ਕਿਵੇਂ ਡਿਊਟੀ ਲਾਉਂਦੇ ਨੇ ਕਲਗੀਧਰ? ਧਿਆਨ ਦਿਓ। 48 ਸਿੰਘਾਂ ਨੇ ਅਰਥ ਪੜ੍ਹੇ, ਔਰ ਕੈਸੇ ਹੋ, ਕੈਸੀ ਸੁੰਦਰ ਪ੍ਰਾਲਬਧ ਵਾਲੇ ਮਹਾਂਪੁਰਸ਼ ਹੋਣਗੇ ਜਿਨ੍ਹਾਂ ਨੂੰ ਖੁਦ ਕਲਗੀਧਰ ਪਾਤਸ਼ਾਹ ਨੇ ਬਾਣੀ ਦੀ ਕਥਾ ਸੁਣਾਈ ਹੋਵੇਗੀ, ਗਲੂਏ ਮੁਬਾਰਕ ਤੋਂ ਫਰਮਾਇਆ ਹੋਵੇਗਾ। ਕੀ ਮੰਗਦੇ ਹੋ ਭਾਈ ਮਨੀ ਸਿੰਘ ਜੀ? ਮਹਾਰਾਜ ਨਿਭ ਜਾਵੇ, ਸਿੱਖੀ ਬਖਸ਼ ਦਿਓ, ਝੋਲੀ ਪਾ ਦਿਓ। ਮੇਰੀ ਸਿੱਖੀ ਨਾਲ ਨਿਭ ਜਾਵੇ, ਤੇਰੇ ਨਾਲ ਨਿਭ ਜਾਵੇ। ਕਹਿੰਦੇ ਭਾਈ ਮਨੀ ਸਿੰਘਾ, ਬੰਦ ਤੇ ਕੱਟਿਆ ਜਾ ਸਕਦਾ ਹੈ, ਪਰ ਤੇਰੀ ਸਿੱਖੀ ਕੋਈ ਖੋ ਨਹੀਂ ਸਕੇਗਾ। ਭਾਈ ਮਨੀ ਸਿੰਘ ਨੂੰ ਪਾਤਸ਼ਾਹ ਕਹਿੰਦੇ ਸਿੱਖੀ ਸਦਾ ਤੇਰੇ ਰੋਮ ਰੋਮ ਵਿੱਚ ਵਸੀ ਰਹੇਗੀ।
की हुक्म है पातशाह? जाओ माता सुंदर कौर जी ते माता साहब कौर जी नूं लैके दिल्ली नूं चले जाओ। सारियां दियां आपो अपनियां मंगां सन ते वारी आ गई बाबा दीप सिंह दी। चरण फड़ ले चरण। ते बाबा दीप सिंह जी की चाहुंदे हो, की मंग है तुहाडी? ते आखण लगे पातशाह त्रुठे हो ना, ते जुबान नाल कोई बचन कहण लगा मैं, ते किरपा करियो मेरी रसना ते वस के मेरे बचन नूं पूर्ति बख्श दिओ, मेरा बचन ये निभ जावे। की चाहुना है? कहंदे महाराज सच्चे पातशाह मेरी तुहाडे नाल निभ जावे, मेरी गुरु घर नाल निभ जावे, मेरी गुरु रामदास दे नाल निभ जावे। ये जुबान चों निकलिया बोल, गलूए चों निकलिया बोल, इनू पूरा कर दिओ। ते गुरु गोबिंद सिंह साहिब सच्चे पातशाह किसे रौं विच आके कहंदे भाई दीप सिंघा, बाबा दीप सिंघा तेरा सिर ते कटिया जा सकता है, पर तेरी जुबान दे बोल नूं कट्टण वाला कोई पैदा नहीं होया, पूरे होणगे। बाबा दीप सिंह कहंदे हुण मेरे लई की हुक्म है? ये परण ही कीता सी ना बाबा दीप सिंह ने भी सिर हरमंदर साहब देना है, मौत भी उहदे बोल नूं नहीं कट सकी, सिर ते भावें कटिया गया है। किरपा करके दसो हुण मैनू की हुक्म है? ते कलगीधर पातशाह कहंदे जेड़े अर्थ साडे कोलों पढ़े ने समझे ने, जो बाणी दी तुसीं संथਿਆ लई है, उचारण दा ढंग जो तुहानू मैं सिखा चलिया हां, ये सीने बसीने चलदा रवे, ये सीने बसीने चलदा रवे। इत्थे दमदमा साहब टिक जाओ और इसे तरह ही विद्यार्थियों नूं, जगियासुआं नूं गुरबाणी दी संथਿਆ ते अर्थ पढ़ाउंदे रहो। और उस दिन दमदमी टकसाल का आगाज होया। 1706 विच अगस्त का महीना सी और बाबा दीप सिंह उथे टिक गए, कलम चुक लई और 11 साल ऐसी कलम चलाई है भी एक नहीं 4 स्वरूप गुरु ग्रंथ साहिब दे लिखे और एक स्वरूप गुरु ग्रंथ साहिब पातशाह दा ये अरबी फारसी विच लिखिया गया। वो जेड़े 4 स्वरूप सन, पहला स्वरूप तख्त जो सिख जगत का असीम ताकतां दा मालक अकाल तख्त साहब है, उथे स्वरूप भेजिया गया। दूसरा केसगढ़ साहब, तीसरा पटना साहब, चौथा नंदेड़ हजूर साहब। 4 स्वरूपां दी ये सेवा की। करबी फारसी विच स्वरूप वखरा लिखिया, बेअंत गुड़किया साहब लिखे, बेअंत विद्यार्थियों नूं विद्या दिती। नंदेड़ तो बाबा बंदा सिंह बहादुर नूं लुके होए नूं, डेरे विच दिन कट रहे नूं गांडीव मर्द बना के, सूरमा बना के, थापड़ा दे के, गिदड़ों शेर बना के, स्यारग ते सिंगलेत बनाई, गिदड़ों शेर बना के दीन दुनिया दे मालक ने पंजाब नूं तोरिया। सारे सिंघां नूं हुक्मनामे भेजे दा साथ दिओ, मुगलिया सल्तनत दा तख्त पुटना है। बुढ़ा बापू बाबा दीप सिंह फौजां लैके चप्पड़ चिड़ी दे मैदान अंदर ऐसा कमसान दा जंग बंदा सिंह बहादुर नाल रल के मुगलिया सल्तनत दे खिलाफ करदा है। सरहंद दी इट नाल इट खड़का दिती गई, जंग सिंघां ने जित्तिया ते उस महान शस्त्र ते शास्त्र दे उस महापुरुष नूं, महान सूरबीर नूं समुचे पंथ वल्लों बाबा बंदा सिंह बहादुर ने ओदी जंगजू किरिया वेख के, ओदियां बाहां दा बल वेख के जिंदा शहीद दा खिताब दिता है। बाबा बंदा सिंह बहादुर शहीद हो गए। बाबा दीप सिंह फिर दमदमा साहब आ गए। पातशाह ने जो सेवा लाई सी अर्थां दी टकसाल दी वो करते रहे। समा आ गया, अहमद शाह अबदाली दे हुक्म उत्ते मान खान वर्गे सूरमे चढ़ के आए। तैमूर दे हुक्म विच, अबदाली दे लाल दे हुक्म विच सूरमे चढ़ के आए। खान बहादुर वर्गे सूरमे आए। साडे पासों साडा हरमंदर साहिब खोण लई, आबे हयात दा सरोवर खोण लई उस सरोवर नूं पूर दिता गया। हैरानी इस गल दी है, 75 वरियां दी उम्र उस बापू दी, जेड़ा हथ
ਜਿਹੜਾ ਹੱਥ ਕਲਮ ਚੁੱਕ ਕੇ ਬਾਣੀ ਲਿਖ ਰਿਹਾ ਹੈ ਔਰ ਬੁਢਾਪੇ ਵਿੱਚ ਕਲਮ ਹੀ ਚੱਲ ਸਕਦੀ ਹੈ, ਖੰਡੇ ਨਹੀਂ ਚੱਲਦੇ। ਪਰ ਕਲਗੀਧਰ ਦਾ ਥਾਪੜਾ ਸੀ, ਐਸੀ ਬਖਸ਼ਿਸ਼ ਸੀ, ਲੋਕ ਜਵਾਨੀ ਦੇ ਵਿੱਚ ਖੰਡਾ ਖੜਕਾਉਣ ਤੇ ਬੁਢਾਪੇ ਵਿੱਚ ਕਲਮ ਚੁੱਕ ਲੈਣ। ਸਾਡੇ ਬਾਪੂ ਦੀਪ ਸਿੰਘ ਨੇ, ਬਾਬਾ ਦੀਪ ਸਿੰਘ ਨੇ ਕਲਗੀਧਰ ਦਾ ਥਾਪੜਾ ਲੈ ਕੇ ਜਵਾਨੀ ਵਿੱਚ ਕਲਮ ਤੇ ਬੁੱਢੇ ਬਾਰੇ ਖੰਡਾ ਖੜਕਾ ਕੇ ਵਿਖਾਇਆ ਹੈ। ਖੰਡਾ ਲਿਆ ਚੁੱਕ, ਹਰਮੰਦਰ ਸਾਹਿਬ ਦੀ ਸਰੋਵਰ ਦੀ ਬਦਬੀ ਲੈਣ ਲਈ ਚੱਲ ਪਿਆ। ਅਮਾਨ ਖਾਂ ਦੇ ਸਾਹਮਣੇ ਹੋਇਆ ਹੈ, ਕਈ ਨਾਂ ਆਉਂਦੇ ਨੇ ਇਸ ਅਮਾਨ ਖਾਂ ਦੇ ਇਤਿਹਾਸ ਵਿੱਚ। ਜਦੋਂ ਸਾਹਮਣੇ ਹੋਇਆ ਨਾ, ਚਲੀ ਤੇਗ ਅਤ ਬੇਗ ਸੇ ਦੋਹੂੰ ਕੇਰ ਬਲਵਾਰ, ਉਤਰ ਗਏ ਸਿਰ ਦੋਹੂੰ ਕੇ। ਸਾਂਝੀ ਤਲਵਾਰ ਚੱਲੀ, ਪਏ ਪਰਸ਼ ਪਰ ਸਾਰ, ਸਾਂਝੀ ਤਲਵਾਰ ਚੱਲੀ, ਦੋਵਾਂ ਦੇ ਸਿਰ ਲੈ ਗਏ। ਜਦੋਂ ਸਿਰ ਗਏ ਨਾ ਲੈ, ਨੱਥਾ ਸਿੰਘ ਨੇ ਕੋਲੋਂ ਆਖਿਆ, ਬਾਬਾ ਪਰਨ ਰਹਿ ਗਿਆ ਹੈ, ਤੂੰ ਕਿਹਾ ਸੀ ਗੁਰੂ ਰਾਮਦਾਸ ਦੇ ਦਰ ਤੇ ਸੀਸ ਦਵਾਂਗਾ, ਪਰਨ ਰਹਿ ਗਿਆ ਹੈ। 6 ਕੋਹ ਦੀ ਦੂਰੀ ਸੀ। ਕਲਗੀਧਰ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਲੈ ਕਰਕੇ ਉੱਠਿਆ ਹੈ ਸੂਰਮਾ, ਖੱਬੇ ਹੱਥ ਤੇ ਸੀਸ ਟਿਕਾ ਕੇ, ਸੱਜੇ ਵਿੱਚ ਖੰਡਾ ਲੈ ਕੇ ਮਾਰੋ ਮਾਰ ਕਰਦਾ ਵਧਿਆ। ਸਰੋਵਰ ਦੀ ਬੇਅਦਬੀ ਦਾ ਬਦਲਾ ਲੈ ਕੇ, ਕਰਨੀ ਦਾ ਫਲ ਪਠਾਣਾ ਨੂੰ ਭੁਗਤਾ ਕੇ, ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਰੱਖ ਕੇ ਨਤਮਸਤਕ ਹੋਇਆ। ਸਦਾ ਦੇ ਲਈ ਉਹਦੇ ਚਰਨਾਂ ਵਿੱਚ ਅਭੇਦ ਹੋ ਗਿਆ, ਸਦਾ ਦੇ ਲਈ ਸਿੰਘਾਸਣ ਤੇ ਬਹਿ ਗਿਆ, ਗੁਰੂ ਦੇ ਵਿੱਚ ਅਭੇਦ ਹੋਇਆ। ਔਰ ਇੱਕ ਮੁਖੀ ਉੱਥੇ ਨਹੀਂ ਬੈਠਾ, ਦਮਦਮੀ ਟਕਸਾਲ ਦੇ 3 ਮੁਖੀ ਉੱਥੇ ਬੈਠੇ ਨੇ। ਬਾਬਾ ਦੀਪ ਸਿੰਘ, ਦੂਸਰੇ ਮੁਖੀ ਬਾਬਾ ਗੁਰਬਖਸ਼ ਸਿੰਘ, ਤੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਦੁਨੀਆ ਵਿੱਚ ਬੜੀਆਂ ਸੰਪਰਦਾਵਾਂ ਨੇ, ਸਾਰਿਆਂ ਦਾ ਹੀ ਸਤਿਕਾਰ ਹੈ, ਸਾਰੀਆਂ ਹੀ ਗੁਰੂ ਨਾਨਕ ਨਿਰੰਕਾਰੀ ਦਾ ਪ੍ਰਚਾਰ ਪ੍ਰਸਾਰ ਕਰਦੀਆਂ ਨੇ। ਪਰ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਦਮਦਮੀ ਟਕਸਾਲ ਦੇ 3 ਮੁਖੀਆਂ ਨੂੰ ਹੀ ਜਗ੍ਹਾ ਮਿਲੀ ਹੈ। ਕਿੰਨੇ ਨੇੜੇ ਨੇ ਗੁਰੂ ਦੇ। ਔਰ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਯਾਦਗਾਰ, ਜੋ ਦਮਦਮੀ ਟਕਸਾਲ ਦੇ 16ਵੇਂ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਆਪ ਸੰਗਤਾਂ ਦੇ ਸਹਿਯੋਗ ਨਾਲ ਬਣਾ ਕੇ ਭਾਰਤ ਵਰਸ਼ ਦੀ ਸਰਕਾਰ ਦੀ ਹਿੱਕ ਤੇ ਦੀਵਾ ਬਾਲ ਦਿੱਤਾ। ਕਿਉਂਕਿ ਉਸ ਮਹਾਂਪੁਰਸ਼ ਨੂੰ ਅੱਤਵਾਦੀ ਕਹਿੰਦੇ ਨੇ, ਸਾਡੇ ਲਈ ਉਹ ਸੰਤ ਤੇ ਸਿਪਾਹੀ ਹੈ। ਸਾਡੇ ਲਈ ਕੌਣ ਹੈ ਉਹ? ਕਿਉਂ ਸਿਜਦਾ ਕਰਦੇ ਆ ਉਹਦੇ ਅੱਗੇ? ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੈ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ। ऐसा गांडीव जोधा है जयकार कियो, धर्मियों का पापी को डंड रही और ओदी बल्ले बल्ले रवेगी। और जिथे ये महान यादगार बनाई है, उत्थे 1984 ਦੇ ਸਮੂਹ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਸ਼ਹੀਦੀ ਗੈਲਰੀ ਵੀ ਉਹਦੇ ਥੱਲੇ ਸਰਬੱਤ ਸ਼ਹੀਦਾਂ ਦੀਆਂ ਫੋਟੋਆਂ ਲਾ ਕੇ ਬਣਾਈ ਗਈ ਹੈ। ਨਾਲ ਨਾਲ ਗੁਰਦੁਆਰਾ ਸ਼੍ਰੀ ਥੜਾ ਸਾਹਿਬ ਦੀ ਸੇਵਾ ਵੀ ਚੱਲ ਰਹੀ ਹੈ। ਇਹ ਦਮਦਮੀ ਟਕਸਾਲ ਬਾਣੀ ਅਤੇ ਬਾਣੇ ਦੀ ਧਾਰਨੀ ਵੀ ਹੈ, ਜਿੱਥੇ ਬਾਣੀ ਦਾ ਪ੍ਰਚਾਰ ਪ੍ਰਸਾਰ ਅਧਿਆਤਮਕ ਵਿਦਿਆ ਦੇ ਲਈ ਪ੍ਰੋਫੈਸ਼ਨਲ ਕਾਲਜ ਆਫ ਗੁਰਮਤ ਚੱਲ ਰਿਹਾ ਹੈ। ਦਮਦਮੀ ਟਕਸਾਲ ਦੇ ਹੈੱਡਕੁਆਟਰ ਮਹਿਤਾ ਚੌਂਕ ਵਿਖੇ 60-70 ਦੇ ਕਰੀਬ ਉਹ ਬੱਚੇ ਨੇ ਜਿਹੜੇ MA BA ਦੇ ਨਾਲ ਗੁਰਮਤ ਦੀ ਵਿਦਿਆ ਕਥਾ ਕੀਰਤਨ ਸਿੱਖਦੇ ਨੇ। 300 ਦੇ ਕਰੀਬ ਵਿਦਿਆਰਥੀ ਜਿਹੜਾ ਕਥਾ ਤੇ ਕੀਰਤਨ ਕੇਵਲ ਅਧਿਆਤਮਕ ਵਿਦਿਆ ਹੀ ਲੈਂਦਾ ਹੈ। ਇਉਂ ਜਿੰਨੇ ਵੀ ਦਮਦਮੀ ਟਕਸਾਲ ਦੇ ਅਸਥਾਨ ਨੇ, ਹਰ ਜਗ੍ਹਾ ਅਰਥਾਂ ਦੀ ਟਕਸਾਲ ਜੋ ਬਾਬਾ ਦੀਪ ਸਿੰਘ ਤੋਂ ਕਲਗੀਧਰ ਪਾਤਸ਼ਾਹ ਨੇ ਸ਼ੁਰੂ ਕਰਵਾਈ, ਉਸੇ ਤਰ੍ਹਾਂ ਚੱਲਦੀ ਹੈ। ਹਰ ਗੁਰੂ ਘਰ, ਹਰ ਅਸਥਾਨ ਜਿੱਥੇ ਦਮਦਮੀ ਟਕਸਾਲ ਦੀ ਸੇਵਾ ਹੈ, ਉੱਥੇ ਖੰਡੇ ਦੀ ਪੌਲ ਵੀ ਬਰਸਦੀ ਹੈ। ਗੁਰੂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਹਰ ਜਗ੍ਹਾ ਤੇ ਬਰਸ ਰਹੀਆਂ ਨੇ। ਸੇਵਾ ਅਤੇ ਸਿਮਰਨ, ਸੰਤ ਅਤੇ ਸਿਪਾਹੀਆਂ ਦੀ ਖਾਣ, ਜਿਨ੍ਹੇ ਬੇਅੰਤ ਸਿਪਾਹੀ ਪੰਥ ਨੂੰ ਦਿੱਤੇ ਔਰ ਅਣਗਿਣਤ ਗਿਆਨੀ ਵੀ ਪ੍ਰਚਾਰ ਤੇ ਪ੍ਰਸਾਰ ਲਈ ਪੰਥ ਨੂੰ ਦਿੱਤੇ। ਨਾਲ ਨਾਲ ਦੁਨਿਆਵੀ ਵਿਦਿਆ ਲਈ ਤਕਰੀਬਨ 5 ਅਕੈਡਮੀਆਂ, ਕੋਈ CBSE ਬੋਰਡ ਨਾਲ ਹੈ, ਕੋਈ ਪੰਜਾਬ ਬੋਰਡ ਨਾਲ ਹੈ। 6000 ਦੇ ਕਰੀਬ ਬੱਚਾ ਉਹਨਾਂ 'ਚ ਪੜ੍ਹ ਰਿਹਾ ਹੈ। ਐਸੀਆਂ ਬੇਅੰਤ ਸੇਵਾਵਾਂ ਚੱਲ ਰਹੀਆਂ ਨੇ ਆਪ ਸੰਗਤ ਦੇ ਸਹਿਯੋਗ ਨਾਲ। ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਗੁਰਦੁਆਰਾ ਬੰਗਲਾ ਸਾਹਿਬ ਵੀ ਨਿਰੰਤਰ ਸੇਵਾਵਾਂ ਜਾਰੀ ਹਨ। ਦਾਸ ਇੱਥੇ ਹੀ ਆਪਣੀ
ਵਿਚਾਰ ਨੂੰ ਸੰਕੋਚ ਲਵੇ। ਭੁੱਲ ਚੁੱਕ ਦੀ ਖਿਮਾ। ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ। ਔਰ ਸਮੁੱਚੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਮਨਜੀਤ ਸਿੰਘ ਜੀ ਕੇ, ਰਾਣਾ ਸਾਹਿਬ, ਸਰਸਾ ਸਾਹਿਬ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਜਿਨ੍ਹਾਂ ਨੇ ਇਹ ਮਹਾਨ ਉਪਰਾਲਾ ਕਰਕੇ ਦਮਦਮੀ ਟਕਸਾਲ ਦੇ ਆਗਾਜ਼ ਦਾ ਦਿਹਾੜਾ ਔਰ ਬਾਬਾ ਦੀਪ ਸਿੰਘ ਦਾ ਆਗਮਨ ਦਿਹਾੜਾ ਮਨਾਉਣਾ ਕੀਤਾ ਹੈ, ਉਹਨਾਂ ਦਾ ਧੰਨਵਾਦ ਹੈ ਜੀ। ਗੱਜ ਵੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।